ਰਾਤ ਦੇ ਹਨੇਰੇ ਦੀਆਂ ਇਹ ਤਸਵੀਰਾਂ ਨੇ ਪਟਿਆਲਾ ਜ਼ਿਲ੍ਹੇ ਦੀ ਤਹਿਸੀਲ ਰਾਜਪੁਰਾ ਦੀਆਂ, ਜਿੱਥੇ ਭਾਰੀ ਭਰਕਮ ਮਸ਼ੀਨਾਂ ਤੇ ਵੱਡੇ ਟਿੱਪਰ ਟਰੱਕਾਂ ਦੀ ਮਦਦ ਨਾਲ ਖੇਤਾਂ ਵਿੱਚੋਂ ਨਜਾਇਜ਼ ਮਾਈਨਿੰਗ ਕਰਕੇ ਨਾ ਸਿਰਫ ਮਿੱਟੀ ਵੇਚੀ ਜਾ ਰਹੀ ਹੈ, ਬਲਕਿ ਕਰੋਨਾ ਮਹਾਮਾਰੀ ਦੌਰਾਨ ਕਰਫਿਊ ਤੇ ਤਾਲਾਬੰਦੀ ਦੀਆਂ ਨਿਯਮਾਂ ਦੀਆਂ ਧੱਜੀਆਂ ਵੀ ਉਡਾਈਆਂ ਜਾ ਰਹੀਆਂ ਨੇ। ਅਸੀਂ ਇੱਥੇ ਕਰਫਿਊ ਇਸ ਲਈ ਕਹਿ ਰਹੇ ਹਾਂ ਕਿਉਂਕਿ ਜਿਸ ਵੇਲੇ 16 ਮਈ ਦੀ ਰਾਤ ਨੂੰ ਇਹ ਤਸਵੀਰਾਂ ਲਈਆਂ ਗਈਆਂ ਸਨ, ਉਸ ਵੇਲੇ ਪੰਜਾਬ ਵਿੱਚ ਕਰਫਿਊ ਜਾਰੀ ਸੀ। ਆਖਰ ਕੀ ਹੈ ਪੂਰਾ ਮਾਮਲਾ ਤੇ ਕਿਹੜੇ ਪਿੰਡ ਦੇ ਲੋਕ ਇਸ ਨਜਾਇਜ਼ ਧੰਦੇ ਦੇ ਖਿਲਾਫ ਕਿਉਂ ਉਤਰ ਆਏ ਨੇ ਸੜਕਾਂ ਤੇ, ਇਹ ਦੱਸਦੇ ਹਾਂ ਅੱਗੇ। ਪਹਿਲਾਂ ਤੁਸੀਂ ਵੀ ਦੇਖੋ ਆ ਰਾਜਪੁਰਾ 'ਚ ਕਿਵੇਂ ਉੱਡ ਰਹੀਆਂ ਨੇ ਕਾਨੂੰਨ ਦੀਆਂ ਧੱਜੀਆਂ। ਚੱਲਣ ਲੱਗੇ ਕਿਉਂ ਰੋਕਣ ਲੱਗੇ। सर मेरा नाम जी हौलदार जी हौलदार शेर सिंह विलेज चमारू। सर मैं एज ए 4 पिंड मेरे अंडर है। मैं इन्हां पिंडां च जी लग्या हाँ। कोई भी जो काम होवे गरीबां नूं जो फैसिलिटी गौरमेंट दिंदी है नहीं जाती, वो असी चैक करते हाँ कि उन्हां कोले जाती है या नहीं। जिवें हुण लॉकडाउन लग्या तो साडे पिंड कोई मिट्टी पटा रहा है, वो मिट्टी जो कि टिप्पर जाते हैं। साड़ी नवीं सड़क बनी है, वो सड़क सारी टुट गई। असी जेकर टिप्पर वाले रोक के पूछण की कोशिश की है तो ड्राइवर अगों कहते साड़ी मूवी बनानी बना लो, साढ़े मालकां नाल गल करो। असी तो ड्राइवर बंदे है, नौकर है, जो कहेगा मालक जिथे सानूं भेजेगा उत्थे ही चले जाना है। मेरा नाम जसबीर सिंह जी, पिंड चमारू। ये साडे पिंड जिहड़ी माइनिंग चल रही है जी, नजायज़ माइनिंग, ये परसों तो चल रही है जी। पूरी रात पैं फुल चलदियां गड्डियां टिप्पर जी, तो सवेरे 8-9 बजे तक चलदी है जी। ठीक है, इन्हों मतलब कई भी रोक के ड्राइवरां नूं कहा भी है, मतलब ये कहते भी असीं तां दिहाड़ीदार बंदे हैं, भी साडे मालकां नाल गल करो। सर ये कोई वड्डे सरमाएदारां दा काम है जी। सर लॉकडाउन तो देखो गरीबां वास्ते, वड्डियां वास्ते लॉकडाउन कोई नहीं जी, इन्हां वास्ते कोई कानून नहीं है जी। मिट्टी कोई 6 फुट के करीब पट्टी जा चुकी है। सर असीं यही कहना चाहते हैं भी इन्हां दे खिलाफ देखो जो भी कानूनी कार्रवाई बनती है वो की जाए। ये नाल साडे पिंड दी जो सड़क कई सालों बाद बनी सी जी, है जी। टुट्टी सड़क नूं पहलां संताप भोगते रहे सारे पिंड वाले, हुण बड़ी मुश्किल नाल बनी सी। वो सड़क का भी बेड़ा गर्क करता तो सारी फिरनी का बेड़ा गर्क करता जी। मंग असीं प्रशासन तो करते हैं जी भी देखो जो बनती कानूनी कार्रवाई है जी वो की जाए। सर अपने पिंड में अपना जोरां शोरां नाल पूरी माइनिंग का काम चल रहा जी। पूरी रात चलता है, शाम तो 8 बजे तो सवेरे 8-9 बजे तक चलता जी। असीं ये कहना चाहते हैं सरकार नूं, अगे साडी यही गुजारिश है जी भी अपना जो ये लॉकडाउन दे विच ये माइनिंग का काम चल रहा है कि गल गरीबां वास्ते ही कोई लॉकडाउन है या अमीरां वास्ते भी हैगा जी। ये कुछ गौरमेंट नूं कुछ इस वास्ते करना चाहिए जी। साडे पिंड दा जो भी रोड है सब तोड़ते इन्होंने जी। ਇਹਨਾਂ ਸਾਰਿਆਂ ਨਜਾਇਜ਼ ਧੰਦਿਆਂ ਚੋਂ ਜੇਕਰ ਗੱਲ ਕਰੀਏ ਨਜਾਇਜ਼ ਮਾਈਨਿੰਗ ਦੀ,
ਤਾਂ ਇਹ ਗੋਰਖ ਧੰਦਾ ਜਿੰਨਾ ਉੱਪਰੋਂ ਛੋਟਾ ਲੱਗ ਰਿਹਾ ਹੈ, ਦਰਅਸਲ ਅੰਦਰੋਂ ਉਨਾ ਹੀ ਖਤਰਨਾਕ ਤੇ ਵੱਡਾ ਹੈ। ਜੇ ਨਹੀਂ ਯਕੀਨ ਤਾਂ ਜਰਾ ਆਹ ਧਿਆਨ ਨਾਲ ਦੇਖੋ ਇਹਨਾਂ ਖੇਤਾਂ 'ਚ ਖਿਲਰੇ ਹੋਏ ਕਾਲੇ ਰੰਗ ਦੇ ਇਸ ਤਰਲ ਪਦਾਰਥ ਨੂੰ, ਜਿਸ ਨੇ ਧਰਤੀ ਨੂੰ ਪਾੜ ਕੇ ਰੱਖ ਦਿੱਤਾ ਹੈ। ਜਾਣਨਾ ਚਾਹੋਗੇ ਕਿ ਇਹ ਤਰਲ ਪਦਾਰਥ ਕੀ ਹੈ ਤੇ ਆਖਰ ਇਸ ਦਾ ਇਸ ਨਜਾਇਜ਼ ਮਾਈਨਿੰਗ ਦੇ ਧੰਦੇ ਨਾਲ ਕੀ ਸੰਬੰਧ ਹੈ? ਤਾਂ ਆਹ ਸੁਣੋ ਜਰਾ ਰਾਜਪੁਰਾ ਤੋਂ ਸਾਡੇ ਪੱਤਰਕਾਰ ਐਡਵੋਕੇਟ ਉਪਕਾਰ ਸਿੰਘ ਦੀ ਜ਼ੁਬਾਨੀ, ਜਿਨ੍ਹਾਂ ਨੇ ਆਪਣੀ ਜਾਨ ਤੇ ਖੇਡ ਕੇ ਇਸ ਗੋਰਖ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਉਪਕਾਰ ਸਿੰਘ ਜੀ, ਇੱਕ ਰਾਜਪੁਰਾ ਦੇ ਪਿੰਡ ਚਮਾਰੂ ਅੰਦਰ ਨਜਾਇਜ਼ ਮਾਈਨਿੰਗ ਦਾ ਜਿਹੜਾ ਧੰਦਾ ਚੱਲ ਰਿਹਾ ਹੈ, ਉਸ ਦੀ ਤੁਸੀਂ ਖਬਰ ਬਣਾ ਕੇ ਭੇਜੀ ਹੈ। ਤੁਸੀਂ ਬੜਾ ਜੋਖਮ ਲਿਆ, ਤੁਸੀਂ ਜਾਨ ਤੇ ਖੇਡ ਕੇ ਮਾਮਲੇ ਨੂੰ ਉਜਾਗਰ ਕੀਤਾ। ਕੁਝ ਥੋੜੀ ਜਾਣਕਾਰੀ ਦਿਓਗੇ ਵੀ ਆਖਰ ਇਹ ਮਾਮਲਾ ਹੈ ਕੀ ਤੇ ਇਹਦੇ ਅੱਗੇ ਲਿੰਕ ਕਿਹਦੇ ਨਾਲ ਜੁੜੇ ਹੋਏ ਨੇ? ਇਹ ਮਾਮਲਾ ਹੈ ਸਰ ਬੜੇ ਵੱਡੇ ਪੱਧਰ ਤੇ ਜਿਹੜਾ ਮਾਈਨਿੰਗ ਮਾਫੀਆ ਹੈ ਉਹ ਰਾਜਪੁਰਾ ਤੇ ਘਨੌਰ ਦੇ ਇਹਨਾਂ ਏਰੀਆ ਦੇ ਵਿੱਚ ਕੰਮ ਕਰ ਰਿਹਾ ਹੈ ਜੀ। ਤੇ ਜਿਸ ਦਿਨ ਇਹ ਸ਼ਰਾਬ ਦੇ ਜਿਹੜਾ ਨੈਟਵਰਕ ਪੁਲਿਸ ਦੇ ਹੱਥ ਲੱਗਿਆ ਸੀਗਾ ਜੀ, ਉਸੇ ਹੀ ਰਾਤ ਪੈਰਲਲ ਉਸ ਸ਼ਰਾਬ ਵਾਲੀ ਥਾਂ ਤੋਂ 2 ਕਿਲੋਮੀਟਰ ਦੀ ਦੂਰੀ ਤੇ ਇਹ ਜਿਹੜਾ ਮਾਈਨਿੰਗ ਮਾਫੀਆ ਇਹ ਵੀ ਆਪਣਾ ਕੰਮ ਕਰ ਰਿਹਾ ਸੀ ਰਾਤ ਨੂੰ ਜੀ। ਤੇ ਇਹ ਮਾਫੀਆ ਸਾਰੀ ਰਾਤ ਇਸ ਕੰਮ ਦੇ ਵਿੱਚ ਰਹਿੰਦਾ ਹੈ ਤੇ ਸਵੇਰੇ ਜਦੋਂ ਸੂਰਜ ਦੀ ਟਿੱਕੀ ਚੜ੍ਹਦੀ ਹੈ ਜੀ ਤੇ ਉਸ ਤੋਂ 1-2 ਘੰਟੇ ਬਾਅਦ ਜਿਹੜਾ ਮਾਫੀਆ ਸ਼ਾਂਤ ਹੋ ਕੇ ਛੁਪ ਜਾਂਦਾ ਹੈ ਜੀ। ਤੇ ਜਦੋਂ ਅਸੀਂ ਸਪੌਟ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਅਸੀਂ ਸਪੌਟ ਤੇ ਪਹੁੰਚੇ ਰਾਤ ਦੇ ਸਮੇਂ ਜੀ, ਤਾਂ ਉੱਤੇ ਇਹ ਮਾਫੀਆ ਜਿਹੜਾ ਆਪਣਾ ਕੰਮ ਕਰ ਰਿਹਾ ਸੀਗਾ ਤੇ ਉੱਥੇ ਵੱਡੇ ਪੱਧਰ ਤੇ ਮਿੱਟੀ ਪੱਟ ਕੇ ਲਿਜਾਣ ਦਾ ਕੰਮ ਹੋ ਰਿਹਾ ਸੀਗਾ ਜੀ। ਜਿਹੜੀ ਜਗ੍ਹਾ ਤੋਂ ਇਹ ਮਿੱਟੀ ਪੱਟੀ ਜਾ ਰਹੀ ਸੀ ਜੀ, ਉਹ ਜਗ੍ਹਾ ਤੇ ਪਹਿਲਾਂ ਵੀ ਕਈ ਵਾਰੀ ਜਿਹੜਾ ਹੈ ਸਰ ਇਸ ਤਰ੍ਹਾਂ ਦਾ ਜਿਹੜਾ ਖੱਡੇ ਪੱਟਣ ਦਾ ਕੰਮ ਹੈ, ਮਿੱਟੀ ਚੋਰੀ ਲਿਜਾਣ ਦਾ ਜੀ, ਉਹ ਚੱਲ ਰਿਹਾ ਸੀਗਾ ਜੀ। ਹਾਂਜੀ। ਤੇ ਇਹ ਕੀ ਦੱਸ ਸਕਦੇ ਹੋ ਵੀ ਇਹ ਮਿੱਟੀ ਜਿਹੜੀ ਹੈ ਪੱਟ ਕੇ ਕਿੱਥੇ ਜਾ ਰਹੀ ਸੀ ਤੇ ਇਹ ਜਿਹੜਾ ਖੱਡਾ ਬਣ ਜਾਂਦਾ ਫਿਰ ਉਸ ਦਾ ਬਾਅਦ ਚੋਂ ਕੀ ਕਰਦੇ ਨੇ ਇਹ? ਹਾਂ ਸਰ, ਮੈਂ ਦੱਸਣਾ ਚਾਹੁੰਦਾ ਇਹਦੇ ਵਿੱਚ ਸਰ ਇਸ ਤਰ੍ਹਾਂ ਹੈ ਵੀ ਜਦੋਂ ਇਹ ਮਿੱਟੀ ਵੇਚਣ ਵਾਲੇ ਤੇ ਮਿੱਟੀ ਖਰੀਦ ਕਰਨ ਵਾਲੇ, ਯਾਨੀ ਇਹਦੇ ਚ ਕਿਸਾਨ ਉਹ ਜ਼ਮੀਨਦਾਰ ਵੀ ਸ਼ਾਮਲ ਹੈ ਜੀ ਨਾਲ ਜੀ। ਇਹ ਦੋਨੋਂ ਬੰਦੇ ਮਿਲੀ ਭੁਗਤ ਕਰਕੇ ਬਹੁਤ ਇੱਕ ਵੱਡੀ ਘਟਨਾ ਨੂੰ ਅੰਜਾਮ ਦੇ ਰਹੇ ਨੇ ਇਹ ਲੋਕ। ਇੱਥੋਂ ਮਿੱਟੀ ਪੱਟ ਕੇ ਨਾਲ ਇੱਕ ਫੈਕਟਰੀ ਜਿਹੜਾ ਇੰਡਸਟਰੀ ਜ਼ੋਨ ਬਣਿਆ ਚਮਾਰੂ ਦੇ ਨਾਲ ਜੀ, ਉਹਦੇ ਵਿੱਚ ਕੋਈ ਇੰਡਸਟਰੀ ਬਣ ਰਹੀ ਹੈ। ਉਸ ਇੰਡਸਟਰੀ ਦੇ ਭਰਤ ਪਾਉਣ ਦੇ ਲਈ ਇਸ ਮਿੱਟੀ ਦਾ ਯੂਜ਼ ਹੋ ਰਿਹਾ ਸੀਗਾ ਜੀ ਜੀ। ਤੇ ਉਹ ਟਰੱਕ ਜਿਹੜੇ ਉਹਦੇ ਵਿੱਚ ਦਾਖਲ ਹੋ ਰਹੇ ਸੀ ਰਾਤ ਨੂੰ। ਤੇ ਮੈਂ ਇਹ ਦੱਸ ਦੇਣਾ ਚਾਹੁੰਦਾ ਹਾਂ ਵੀ ਜਿਹੜੇ ਖੱਡੇ ਪੱਟੇ ਜਾਂਦੇ ਇਹਦੇ ਵਿੱਚ ਕੀ ਕੰਮ ਹੋ ਰਿਹਾ ਉੱਥੇ ਜੀ। ਤੇ ਜਦੋਂ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਜਿੱਥੇ ਇਹ ਮਿੱਟੀ ਦਾ ਬੜਾ ਸਾਰਾ ਇੱਕ ਟੋਆ ਪੱਟਿਆ ਗਿਆ, ਮਿੱਟੀ ਕੱਢੀ ਗਈ ਜਿੱਥੋਂ, ਇਹਦੇ ਪੈਰ ਨਾਲ ਹੀ 10 ਫੁੱਟ ਦੀ ਦੂਰੀ ਤੇ ਇੱਕ ਹੋਰ ਮਿੱਟੀ ਦਾ ਖੱਡਾ ਹੁੰਦਾ ਸੀ ਕਿਸੇ ਟਾਈਮ ਜੀ ਜੀ ਜੀ। ਤੇ ਉਹਦੇ ਵਿੱਚ ਜਾਣਕਾਰਾਂ ਦਾ ਇਹ ਕਹਿਣਾ ਹੈ, ਸੂਤਰਾਂ ਦਾ ਇਹ ਕਹਿਣਾ ਹੈ ਵੀ ਇਸ ਜਗ੍ਹਾ ਦੇ ਉੱਤੇ ਕੁਝ ਲੋਕ ਜ਼ਮੀਨਦਾਰ ਨਾਲ ਮਿਲ ਕੇ ਵੱਡੀ ਇੰਡਸਟਰੀਆਂ 'ਚ ਜਿਹੜਾ ਵੇਸਟੇਜ ਪਾਣੀ ਹੁੰਦਾ ਜੀ, ਜਿਹਨੂੰ ਕੰਪਨੀਆਂ ਨੇ ਪਿਉਰੀਫਾਈ ਕਰਕੇ ਬਾਹਰ ਕੱਢਣਾ ਹੁੰਦਾ ਜੀ, ਉਹ ਪਾਣੀ ਜਿਹੜਾ ਹੈਗਾ ਇਸ ਜਗ੍ਹਾ ਤੇ ਟੈਂਕਰਾਂ ਰਾਹੀਂ ਲਿਆਇਆ ਜਾਂਦਾ ਹੈ ਤੇ ਇਹਨਾਂ ਖੱਡਿਆਂ 'ਚ ਖਾਲੀ ਕਰ ਦਿੱਤਾ ਜਾਂਦਾ ਹੈ। ਇਹਦੇ ਨਾਲ ਕੁਝ ਬੋਰ ਵੀ ਕੀਤੇ ਹੋਏ ਨੇ ਜਿਹਦੇ ਰਾਹੀਂ ਇਹ ਧਰਤੀ ਦੇ ਤਲ ਦੇ ਵਿੱਚ ਇਸ ਪਾਣੀ ਨੂੰ ਉਤਾਰਿਆ ਜਾਂਦਾ ਤੇ ਉਹ ਪਾਣੀ ਖੱਡੇ ਦੇ ਵਿੱਚ ਖੜਿਆ ਰਹਿੰਦਾ ਤੇ ਆਲੇ ਦੁਆਲੇ ਦੀ ਜਿਹੜੀ ਮਿੱਟੀ ਨੂੰ ਉਹ ਖੱਡੇ ਦੀ ਨੂੰ ਖਾਂਦਾ ਰਹਿੰਦਾ ਹੈ ਤੇ ਦਲਦਲ ਬਣ ਚੁੱਕੀ ਹੈ ਉੱਥੇ। ਤੇ ਜੇ ਇਹਦੇ ਸੰਬੰਧੀ ਕੋਈ ਵਿਭਾਗ ਆ ਕੇ ਚੈੱਕ ਵੀ ਕਰਨਾ ਚਾਹੁੰਦਾ ਤਾਂ ਉਹਨਾਂ ਨੂੰ ਮੌਕੇ ਤੇ ਇਹ ਦੋਨੋਂ ਸਿਚੁਏਸ਼ਨ ਉੱਥੇ ਮਿਲਣਗੀਆਂ। ਇਹ ਵੀ ਜਿਹੜਾ ਖੱਡਾ ਤਿਆਰ ਹੋ ਰਿਹਾ ਸੀ ਇਹਦੀ ਵੀ ਇਹੀ ਪਲੈਨਿੰਗ ਸੀ, ਕਿਉਂਕਿ ਲੋਕਡਾਊਨ ਰਿਹਾ, ਕਰਫਿਊ ਰਿਹਾ, ਇਸ ਕਾਰਨ ਇੰਡਸਟਰੀਆਂ ਦੇ ਵਿੱਚ ਜਿਹੜਾ ਪਾਣੀ ਗੰਦਾ ਹੋ ਚੁੱਕਾ ਹੈ ਜੀ, ਜਿਹਦੇ ਚ ਕੈਮੀਕਲ ਵੇਸਟੇਜ ਹੁੰਦੇ ਨੇ, ਉਹਨੂੰ ਪਿਉਰੀਫਾਈ ਕਰਨ ਦੇ ਲਈ ਉਹ ਦਿੱਕਤ ਆਉਂਦੀ ਹੈ ਬਹੁਤ ਜ਼ਿਆਦਾ। ਤੇ ਉਹ ਚੋਰ ਮੋਰੀ ਰਾਹੀਂ ਇਹਨੂੰ 2 ਜਾਂ 3 ਰੁਪਏ ਲੀਟਰ ਦੇ ਹਿਸਾਬ ਨਾਲ ਇਹਨਾਂ ਟੈਂਕਰਾਂ ਨੂੰ ਲਦਵਾ ਦਿੰਦੇ ਨੇ ਤੇ ਉਹ ਟੈਂਕਰ ਜਿਹੜੇ ਨੇ ਇੱਥੇ ਆ ਕੇ ਇਹ ਜ਼ਮੀਨ ਦੋਸ਼ ਕਰ ਦਿੰਦੇ ਜੀ। ਤੇ ਇਹਦਾ ਕੋਈ ਮਤਲਬ ਸਾਈਡ ਇਫੈਕਟ ਵੀ ਨਿਕਲਿਆ ਵੀ ਕਦੇ ਕੋਈ ਡਿਪਾਰਟਮੈਂਟ ਨੇ ਕਿਸੇ ਨੇ ਚੈੱਕ ਨਹੀਂ ਕੀਤਾ ਇਸ ਚੀਜ਼ ਦਾ? ਇੱਕ ਬੜੀ ਅਜੀਬ ਘਟਨਾ ਹੈ ਜੀ ਜਿਹੜੀ ਪਿੱਛੇ 1.5 ਸਾਲ ਪਹਿਲਾਂ ਪੰਜਾਬ ਦੇ ਵਿੱਚ ਵਾਪਰੀ ਆ ਵੀ ਇਹਨਾਂ ਲੋਕਾਂ ਨੇ, ਜੋ ਸਾਡੀ ਜਾਣਕਾਰੀ ਜਿੰਨੀ ਕੁ ਹੋਈ ਆ, ਜਿਹੜਾ ਇਹ ਕੈਮੀਕਲ ਜ਼ਮੀਨ ਦੇ ਥੱਲੇ ਛੱਡਿਆ ਤਾਂ ਨੀਅਰ ਅਬਾਊਟ 25-30 ਫੁੱਟ ਦੇ ਥੱਲੇ ਕੈਮੀਕਲ ਜਿਹੜਾ ਜ਼ਮੀਨ ਦੇ ਪੱਤਨ ਦੇ ਵਿੱਚ ਚੱਲਣਾ ਸ਼ੁਰੂ ਹੋ ਗਿਆ ਜਾਣਕਾਰਾਂ ਮੁਤਾਬਕ ਜੀ। ਤੇ ਸੈਟਲਾਈਟ ਤੋਂ ਕਈ ਫੋਟੋਜ਼ ਆਈਆਂ ਜਿਹਦੇ ਚ ਪਤਾ ਲੱਗਿਆ ਵੀ ਇਹਦੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਤੇਲ ਹੈਗਾ ਤੇ ਕੁਝ ਨੈਸ਼ਨਲ ਟੀਮਾਂ ਵੀ ਇੱਥੇ ਆਈਆਂ ਜਿਨ੍ਹਾਂ ਨੇ ਜਿਵੇਂ ਨਾਲ ਮਦਨਪੁਰ ਪਿੰਡ ਪੈਂਦਾ, ਇਹਦੇ ਆਲੇ ਦੁਆਲੇ ਨੈਸ਼ਨਲ ਟੀਮਾਂ ਨੇ ਬੜੇ ਬੋਰ ਕੀਤੇ ਤੇਲ ਲੱਭਣ ਵਾਸਤੇ ਵੀ ਇੱਥੇ ਸ਼ਾਇਦ ਇਹਨਾਂ ਪਿੰਡਾਂ 'ਚ ਤੇਲ ਹੈ। ਲੋਕਾਂ 'ਚ ਖੁਸ਼ੀ ਸੀ ਵੀ ਸਾਨੂੰ ਤੇਲ ਮਿਲ ਗਿਆ ਇਸ ਜਗ੍ਹਾ ਤੇ, ਪਰ ਉਹਨਾਂ ਦੇ ਹੱਥ ਕੁਝ ਨਹੀਂ ਲੱਗਿਆ ਨਾਮੋਸ਼ੀ ਤੋਂ ਬਿਨਾਂ। ਸੋ ਇਹ ਮੰਨਿਆ ਜਾ ਸਕਦਾ ਹੈ ਵੀ ਜਿਹੜਾ ਇਹ ਤੇਲ ਜ਼ਮੀਨੀ ਪੱਧਰ ਦੇ ਉੱਤੇ ਜ਼ਮੀਨਾਂ ਨੂੰ ਵੱਡਾ ਨੁਕਸਾਨ ਕਰ ਰਿਹਾ, ਪੀਣ ਵਾਲਾ ਸੋਰਸ ਵੀ ਡਿਸਟਰਬ ਹੋ ਰਿਹਾ
ਜੀ ਤੇ ਜਿਹੜੀ ਜ਼ਮੀਨ ਦੀ ਭੂਗੋਲਿਕ ਸਥਿਤੀ ਹੈ ਉਹ ਵੀ ਖਰਾਬ ਹੋ ਰਹੀ ਹੈ, ਤੇ ਇਹਦੇ ਲਈ ਇਹ ਇਸ ਤਰ੍ਹਾਂ ਦੇ ਕਈ ਹੋਰ ਵੀ ਖੱਡੇ ਹੋ ਸਕਦੇ ਨੇ ਆਲੇ ਦੁਆਲੇ। ਉਪਕਾਰ ਸਿੰਘ ਜੀ, ਇੱਕ ਜਿਹੜੀ ਚੀਜ਼ ਮੇਨ ਗੱਲ ਇਹ ਹੈ ਕਿ ਕੀ ਤੁਸੀਂ ਇਸ ਦੇ ਨਾਲ ਹੀ ਕਿਤੇ ਇਹ ਚੈੱਕ ਕੀਤਾ ਕਿ ਇਸ ਜਿਹੜੀ ਜ਼ਮੀਨ ਦੇ ਨੀਚੇ ਜਿਹੜਾ ਤੇਲ ਭਰਿਆ ਜਾ ਰਿਹਾ, ਕੈਮੀਕਲ ਭਰਿਆ ਜਾ ਰਿਹਾ, ਇਸ ਦੇ ਨਾਲ ਦੀ ਜ਼ਮੀਨ ਦੇ ਵਿੱਚ ਜਿਹੜੇ ਰਿਹਾਇਸ਼ੀ ਇਲਾਕੇ ਨੇ, ਵੀ ਕੀ ਉੱਥੇ ਕੋਈ ਇਸ ਤਰ੍ਹਾਂ ਦੀ ਕੈਂਸਰ ਵਰਗੀ ਭਿਆਨਕ ਰੋਗ ਫੈਲਿਆ ਹੋਇਆ? ਦੇਖੋ ਗੱਲ ਸਰ ਇਸ ਤਰ੍ਹਾਂ ਹੈ ਵੀ ਇਹ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ। ਆਲੇ ਦੁਆਲੇ ਇਸ ਤਰ੍ਹਾਂ ਦੇ ਸਿੰਪਟਮਸ ਜ਼ਰੂਰ ਨੇ ਜੀ, ਕਿਉਂਕਿ ਬਹੁਤ ਸਾਰਾ ਅਸਰ ਜ਼ਮੀਨਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ ਤੇ ਲੋਕਾਂ ਨੇ ਇਹਦਾ ਵਿਰੋਧ ਵੀ ਕੀਤਾ ਇਸ ਗੱਲ ਨੂੰ ਲੈ ਕੇ ਜੀ। ਪਰ ਸਿਆਸੀ ਤਾਕਤਾਂ ਤੇ ਪ੍ਰਸ਼ਾਸਨਿਕ ਤਾਕਤਾਂ ਹੋਣ ਦੇ ਨਾਲ ਇਹ ਜਿਹੜਾ ਮਾਮਲਾ ਹਰ ਵਾਰ ਦਬਾ ਦਿੱਤਾ ਗਿਆ ਤੇ ਇੱਥੇ ਕਦੇ ਧਿਆਨ ਨਹੀਂ ਦਿੱਤਾ ਗਿਆ। ਪਰ ਜੇ ਇਹਦੇ ਵਿੱਚ ਕੋਈ ਵੱਡੇ ਨੈਸ਼ਨਲ ਡਿਪਾਰਟਮੈਂਟ, NGT ਜਾਂ ਹੋਰ ਡਿਪਾਰਟਮੈਂਟ ਇੰਟਰਸਟ ਲੈਂਦੇ ਨੇ ਤੇ ਦੇਖਦੇ ਨੇ ਤਾਂ ਵੱਡੇ ਪੱਧਰ ਦੇ ਹੋਰ ਵੀ ਕਈ ਇਸ ਤਰ੍ਹਾਂ ਦੇ ਮਾਮਲੇ ਇਸ ਇਲਾਕੇ ਦੇ ਵਿੱਚ ਇਸ ਨਾਲ ਜੁੜੇ ਹੋਏ ਸਾਹਮਣੇ ਆਉਣਗੇ। ਜੀ ਜੀ ਜੀ, ਉਪਕਾਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬੜੀ ਦਲੇਰੀ ਵਾਲੀ ਇਹ ਰਿਪੋਰਟ ਕੱਢ ਕੇ ਜਨਤਾ ਦੇ ਸਾਹਮਣੇ ਪੇਸ਼ ਕੀਤੀ ਹੈ ਤੇ ਬੜਾ ਖਤਰਨਾਕ ਕੰਮ ਹੈ, ਤੇ ਤੁਸੀਂ ਆਪਣਾ ਵੀ ਜਿਹੜਾ ਇਸ ਮਾਮਲੇ 'ਚ ਧਿਆਨ ਰੱਖਣਾ ਹੈਗਾ। ਬਿਲਕੁਲ ਇਹ ਜਨਤਾ ਦੀ ਸੇਵਾ ਵਾਲਾ ਕੰਮ ਹੈ, ਕਿਉਂਕਿ ਇਹ ਧਰਤੀ ਦੇ ਵਿੱਚ ਜੋ ਕੁਛ ਕੈਮੀਕਲ ਜਾ ਰਿਹਾ ਉਹ ਇਨਸਾਨੀਅਤ ਦਾ ਜਿਹੜਾ ਘਾਣ ਕੀਤਾ ਜਾ ਰਿਹਾ। ਸੋ ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ। ਇਸ ਸਾਰੇ ਮਾਮਲੇ ਦੀ ਤਰਾਸਦੀ ਇਹ ਹੈ ਕਿ ਇਹ ਸਾਰਾ ਗੈਰ ਕਾਨੂੰਨੀ ਧੰਦਾ ਤਹਿਸੀਲ ਰਾਜਪੁਰਾ ਦੇ ਉਸ ਪਿੰਡ ਗੰਢੀਆਂ ਤੋਂ ਸਿਰਫ 1.5 ਕਿਲੋਮੀਟਰ ਦੀ ਦੂਰੀ ਤੇ ਬੇਰੋਕ ਟੋਕ ਚੱਲ ਰਿਹਾ ਹੈ, ਜਿੱਥੇ ਪਟਿਆਲਾ ਪੁਲਿਸ ਨੇ ਕੁਝ ਦਿਨ ਪਹਿਲਾਂ ਹੀ ਉਸ ਵੇਲੇ ਨਜਾਇਜ਼ ਸ਼ਰਾਬ ਦੀ ਫੈਕਟਰੀ ਫੜੀ ਸੀ, ਜਦੋਂ ਪੰਜਾਬ ਦੀਆਂ ਸੱਤਾਧਾਰੀ ਧਿਰਾਂ ਆਬਕਾਰੀ ਮਹਿਕਮੇ ਨੂੰ ਪਿਛਲੇ 3 ਸਾਲ ਤੋਂ ਪੈ ਰਹੇ ਮਾਲੀਆ ਘਾਟੇ ਤੇ ਕਲੇਸ਼ ਪਾਈ ਬੈਠੀਆਂ ਸਨ। ਤੇ ਉਸ ਫੈਕਟਰੀ ਦੇ ਫੜੇ ਜਾਣ ਮਗਰੋਂ ਥਾਣਾ ਸ਼ੰਭੂ ਦੇ SHO ਨੂੰ ਸਸਪੈਂਡ ਤੱਕ ਕਰ ਦਿੱਤਾ ਗਿਆ ਸੀ। ਪਰ ਪੁਲਿਸ ਤਾਂ ਆਖਰ ਪੁਲਿਸ ਹੀ ਹੁੰਦੀ ਹੈ, ਜਿਸ ਕੋਲ ਸਵਾਲ ਕਰਨ ਤੇ ਹਰ ਜਵਾਬ ਪਹਿਲਾਂ ਹੀ ਤਿਆਰ ਪਿਆ ਹੁੰਦਾ ਹੈ। ਸੁਣਿਓ ਜਰਾ ਇਸ ਮਾਮਲੇ 'ਚ DSP ਘਨੌਰ ਦਾ ਕੀ ਕਹਿਣਾ ਹੈ। ਜੇ ਤੁਹਾਡੀ ਨੌਲੇਜ ਹੈਗਾ ਜਾਂ ਤੁਹਾਡੇ ਕੋਲ ਕੋਈ ਵੀਡੀਓ ਪ੍ਰੂਫ ਹੈ ਜਾਂ ਕੁਝ ਵੀ ਹੈ, ਲਿਆਓ, ਅਸੀਂ ਔਨ ਦਾ ਸਪੌਟ FIR ਲੌਂਚ ਕਰਾਂਗੇ। ਅਸੀਂ ਤਾਂ ਕਹਿ ਰਹੇ ਹਾਂ ਵੀ ਜੇ ਕਿਸੇ ਨੂੰ ਕੋਈ ਵੀ ਆਉਂਦੀ ਹੈ ਸੂਚਨਾ ਮਿਲ ਜਾਵੇ ਵੀ ਕਿਤੇ ਕੋਈ ਗੈਰ ਕਾਨੂੰਨੀ ਕੰਮ ਚੱਲ ਰਿਹਾ ਹੈ, ਤੁਸੀਂ ਸਾਡੀਆਂ ਅੱਖਾਂ ਕੰਨ ਨੂੰ ਸਾਡੀ ਸੂਚਨਾ ਤੁਹਾਨੂੰ ਦਿਓ, ਅਸੀਂ ਔਨ ਦਾ ਸਪੌਟ ਕਰਾਂਗੇ। ਜਿੱਥੇ ਸਾਨੂੰ ਮਿਲ ਰਿਹਾ ਅਸੀਂ ਲੌਂਚ ਕਰ ਰਹੇ ਹਾਂ FIRs। ਤੇ ਬਾਕੀ ਕੰਸਰਨ ਮਾਈਨਿੰਗ ਅਫਸਰ ਨੂੰ ਵੀ ਅਸੀਂ ਨੋਟ ਕਰਾਵਾਂਗੇ ਵੀ ਹਾਂ ਵੀ ਉਹ ਦੇਖਣ ਇਸ ਚੀਜ਼ ਨੂੰ ਜੇ ਹੈ ਅੱਗੇ ਦੱਸੋ। ਇੱਕ ਹੋਰ ਗੱਲ DSP ਸਾਹਿਬ, ਇਹਦੇ ਨਾਲ ਹੀ ਜਿਹੜਾ ਇਹ ਸਾਰੇ ਜਿਹੜੇ ਧੰਦੇ ਨੇ ਜੀ, ਜਿਵੇਂ ਸ਼ਰਾਬ ਦਾ, ਇਹ ਮਾਈਨਿੰਗ ਦਾ, ਲਾਕਡਾਊਨ ਤੇ ਕਰਫਿਊ ਦੌਰਾਨ, ਤੇ ਇੱਕ ਹੋਰ ਥੂਏ ਦੇ ਵਿੱਚ ਜਾਲੀ ਸਬਜ਼ੀ ਮੰਡੀ ਵੀ ਚੱਲਦੀ ਹੋਈ ਸਾਨੂੰ ਮਿਲੀ ਹੈ। ਤੇ ਇਹ ਮਤਲਬ ਇਹਦੇ ਵਿੱਚ ਕਿਹਦੀ ਨਲਾਇਕੀ ਹੈ ਤੇ ਕਿਵੇਂ ਚੱਲਦਾ ਰਿਹਾ ਜੀ ਇਹ ਕੰਮ? ਕੰਸਰਨ ਡਿਪਾਰਟਮੈਂਟ ਦੀ ਨਲਾਇਕੀ ਹੋਊਗੀ ਜੇ ਉਹਨਾਂ ਨੇ ਦੇਖਿਆ ਹੋਊਗਾ। ਬਾਕੀ ਲਾਕਡਾਊਨ ਕਰਕੇ ਸ਼ਾਇਦ ਇਹਨਾਂ ਨੇ ਮੰਡੀਆਂ ਸ਼ਿਫਟ ਵੀ ਕੀਤੀਆਂ ਹੋਣਗੀਆਂ ਸ਼ਹਿਰ ਦੇ ਵਿੱਚੋਂ ਵੀ, ਹਾਂ ਵੀ ਰਸ਼ ਘਟਾਇਆ ਜਾ ਸਕੇ। ਕੰਟੇਨਮੈਂਟ ਏਰੀਆ ਹੈ, ਕਿਸਾਨਾਂ ਦੀਆਂ ਸਬਜ਼ੀਆਂ ਹੈ, ਸਬਜ਼ੀ ਜਾਲੀ ਮੰਡੀ ਸਬਜ਼ੀ ਚਲਾਉਂਦਾ। ਸ਼ਾਇਦ ਇਹਦੇ ਬਾਰੇ ਅਸੀਂ ਇੱਕ ਵਾਰੀ ਇਹਨਾਂ ਦੇ ਕੰਸਰਨ ਐਗਰੀਕਲਚਰ ਡਿਪਾਰਟਮੈਂਟ ਨਾਲ SDM ਸਾਹਿਬ ਨੂੰ ਪੁੱਛ ਲੈਂਦੇ ਹਾਂ ਵੀ ਹਾਂ ਵੀ ਕੀ ਮਸਲਾ ਕੀ ਹੈ, ਤੇ ਜੇ ਕੋਈ ਕਾਰਵਾਈ ਬਣਦੀ ਹੋਈ ਕੰਸਰਨ ਡਿਪਾਰਟਮੈਂਟ ਨੂੰ ਨੋਟ ਕਰਾ ਦਾਂਗੇ ਵੀ ਉਹ ਕਰਨ। ਤੇ ਜਿਹੜੇ ਇਹ ਕੋਈ ਜਾਲੀ ਮਾਈਨਿੰਗ ਦਾ ਕੰਮ, ਰਾਤ ਨੂੰ ਮਾਈਨਿੰਗ ਦਾ ਕੰਮ ਕਰ ਰਹੇ ਨੇ ਇਹ ਲੋਕ, ਇਹਨਾਂ ਦੇ ਪ੍ਰਤੀ ਕੀ ਕਾਰਵਾਈ ਬਣਦੀ ਹੈ? ਤੁਸੀਂ ਜਦੋਂ ਵੀ ਤੁਹਾਨੂੰ ਮਿਲਦੀ ਹੈ ਤਾਂ 15 ਮਿੰਟ ਦੇ ਵਿੱਚ ਉਹਨਾਂ ਤੇ 15 ਮਿੰਟ ਦੇ ਵਿੱਚ, ਘੰਟਾ ਵੀ ਨਹੀਂ 15 ਮਿੰਟ 'ਚ ਉਹਨਾਂ ਤੇ ਕਾਰਵਾਈ ਹੋਊਗੀ। ਸਾਨੂੰ ਉਸ ਵੇਲੇ ਨੋਟ ਕਰਾਇਆ ਜਾਵੇ ਜੇ ਕਿਤੇ ਚੱਲਦੇ ਆ। ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਰਾਜਪੁਰਾ 'ਚ, ਨਜਾਇਜ਼ ਸ਼ਰਾਬ ਰਾਜਪੁਰਾ 'ਚ ਵਿਕ ਰਹੀ ਹੈ, ਨਜਾਇਜ਼ ਮਾਈਨਿੰਗ ਰਾਜਪੁਰਾ 'ਚ ਹੋ ਰਹੀ ਹੈ, ਤੇ ਹੋਰ ਤਾਂ ਹੋਰ ਨਜਾਇਜ਼ ਤੌਰ ਤੇ ਫੈਕਟਰੀਆਂ ਦਾ ਕੈਮੀਕਲ ਵੇਸਟ ਵੀ ਰਾਜਪੁਰਾ ਦੇ ਇਹਨਾਂ ਪਿੰਡਾਂ ਦੀਆਂ ਜ਼ਮੀਨਾਂ ਅੰਦਰ ਜ਼ਹਿਰ ਵਾਂਗ ਭਰਿਆ ਜਾ ਰਿਹਾ ਹੈ। ਸਵਾਲ ਇਹ ਹੈ ਕਿ ਆਖਰ ਇਹ ਸਾਰੇ ਧੰਦੇ ਰਾਜਪੁਰਾ ਅੰਦਰ ਹੀ ਕਿਉਂ ਚੱਲ ਰਹੇ ਨੇ? ਕਿ ਵਿਰੋਧੀ ਧਿਰਾਂ ਦੇ ਆਗੂ ਜੋ ਫੋਟੋਆਂ ਦਿਖਾ ਕੇ ਦੋਸ਼ ਲਾ ਰਹੇ ਨੇ ਕਿ ਇਹ ਨਜਾਇਜ਼ ਧੰਦਿਆਂ ਨੂੰ ਸ਼ਹਿ ਦੇਣ ਵਾਲੇ ਸੱਤਾਧਾਰੀ ਲੋਕ ਨੇ, ਇਹ ਗੱਲ ਸਹੀ ਹੈ? ਸਵਾਲ ਵੱਡੇ ਨੇ, ਪਰ ਜਵਾਬ ਲਈ ਅਜੇ ਇੰਤਜ਼ਾਰ ਕਰਨਾ ਪਏਗਾ। ਕੀ ਪਤਾ ਇਸ ਮਾਮਲੇ 'ਚ ਵੀ ਕੁਝ ਸੱਤਾਧਾਰੀਆਂ ਦੇ ਗੁਲਾਮਾਂ ਨੂੰ ਹੱਥ ਪੈਣ ਲੱਗਣ ਤਾਂ ਕਾਰਵਾਈ ਹੋ ਹੀ ਜਾਵੇ। ਹਕੀਕਤ TV ਪੰਜਾਬੀ ਲਈ ਰਾਜਪੁਰਾ ਤੋਂ ਉਪਕਾਰ ਸਿੰਘ ਦੀ ਰਿਪੋਰਟ।